ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ। ਉਥੈ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀਓ, ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਕਥ ਕਥਾ ਦੀ ਸਾਂਝ ਪਾਉਂਦੇ ਆ ਰਹੇ ਹਾਂ। ਅੱਜ ਕਥਾ ਹੈ ਭਾਵਨੀ ਦੀ। ਭਾਵਨੀ ਨਾਲ ਥੋੜ੍ਹੇ ਸਮੇਂ ਵਿੱਚ ਹੀ ਭੇਦ ਖੁੱਲ੍ਹ ਜਾਂਦਾ ਹੈ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਝੂਠੇ ਹਾਰ ਜਾਂਦੇ ਹਨ। ਉਥੈ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ। ਨਿੰਦਕ ਲੋਕ ਨਿੰਦਾ ਕਰਦੇ ਹਨ, ਈਰਖਾ ਵਾਲੇ ਈਰਖਾ ਕਰਦੇ ਹਨ, ਪਰ ਗੁਰੂ ਜੀ ਕਿਹਾ ਜਰਨਾ ਸਿੱਖੋ। ਇਹ ਜੋ ਲੋਕ ਹਨ, ਇਹ ਨੈਗੇਟਿਵ ਸੋਚ ਹੀ ਰੱਖ ਸਕਦੇ ਹਨ, ਨਾ ਪੱਖੀ ਆਪਣੀ ਮੱਤ ਨੂੰ ਰੱਖ ਸਕਦੇ ਹਨ। ਕਦੇ ਵੀ ਇਹਨਾਂ ਦੇ ਅੰਦਰ ਸ਼ੁਭ ਵਿਚਾਰ, ਸ਼ੁਭ ਇੱਛਾ ਪੈਦਾ ਨਹੀਂ ਹੋ ਸਕਦੀ। 3 ਵਾਰੀ ਕੋਈ ਜਰ ਜਾਵੇ, ਚੌਥੀ ਵਾਰ ਉਹ ਵਾਰ ਕਰਨ ਜੋਗਾ ਨਹੀਂ ਰਹਿੰਦਾ। ਇੱਕ ਦਿਨ ਸ੍ਰੀ ਗੁਰੂ ਰਾਮਦਾਸ ਜੀ, ਹਾਲਾਂ ਗੁਰੂ ਨਹੀਂ ਬਣੇ, ਇੱਕ ਕੱਪੜੇ ਦੀ ਦੁਕਾਨ ਤੇ ਆ ਗਏ। ਇੱਕ ਅਨੋਖਾ ਗਾਹਕ ਹੈ। ਹੁਣ ਭਾਵਨੀ ਦੀ ਕਥਾ ਆਰੰਭ ਹੋਣ ਲੱਗੀ ਹੈ। ਕੀ ਦੇਖਦੇ ਹਨ? ਇੱਕ ਕੱਪੜੇ ਦੀ ਦੁਕਾਨ ਹੈ ਤੇ ਕੱਪੜਾ ਬਹੁਤ ਸੋਹਣਾ ਹੈ। ਗੁਰੂ ਜੀ ਦੇ ਵਾਸਤੇ ਬਹੁਤ ਸੁੰਦਰ ਕੱਪੜਾ ਹੈ। ਗੁਰੂ ਜੀ ਦੇ ਵਸਤਰ ਐਸੇ ਹੀ ਹੋਣੇ ਚਾਹੀਦੇ ਹਨ। ਸੰਕਲਪ ਤੇ ਭਾਵਨੀ ਨਾਲ ਕੱਪੜਾ ਪਸੰਦ ਕਰ ਲਿਆ, ਪਰ ਕੋਲ ਧਨ ਨਹੀਂ ਹੈ। ਬਿਨਾਂ ਧਨ ਤੋਂ ਸੌਦਾ ਨਹੀਂ ਮਿਲਣਾ। ਪਰ ਖੜੇ ਰਹੇ, ਸੋਚਦੇ ਰਹੇ। ਇਹ ਅਕਥ ਕਥਾ ਹੈ, ਕਿਉਂਕਿ ਇਹ ਗੱਲ ਕਹਿਣ ਵਿੱਚ ਨਹੀਂ ਆ ਰਹੀ ਹੈ। ਅੱਜ ਕੱਲ੍ਹ ਦੇ ਮਨੋਵਿਗਿਆਨੀਆਂ ਨੂੰ ਇਹ ਗੱਲ ਸਮਝ ਨਹੀਂ ਆਉਣੀ। ਆਪ ਨੇ ਦੁਕਾਨ ਤੇ ਖੜਿਆਂ ਹੀ ਸੰਕਲਪ ਨਾਲ ਵਸਤਰ ਤਿਆਰ ਕਰ ਲਏ ਤੇ ਸੰਕਲਪ ਨਾਲ ਹੀ ਗੁਰੂ ਜੀ ਇਹਨਾਂ ਵਸਤਰਾਂ ਨੂੰ ਪਾਉਂਦੇ ਹਨ। ਧਿਆਨ ਵਿੱਚ ਗੁਰੂ ਜੀ ਸਮਾ ਗਏ ਹਨ। ਸ੍ਰੀ ਗੁਰੂ ਰਾਮਦਾਸ ਜੀ ਦੇ ਮਨ ਵਿੱਚ ਕੱਪੜੇ ਵਾਸਤੇ ਮੋਹ ਨਹੀਂ ਹੈ, ਪਰ ਗੁਰੂ ਜੀ ਵਾਸਤੇ ਮੋਹ ਜਾਗ ਪਿਆ ਹੈ। ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਫਰਮਾਉਂਦੇ ਹਨ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਾ ਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹਿ ਪਿੱਛੇ ਪਛਤਾਏ। ਉੱਥੇ ਖੜੇ ਹੀ ਉਨਮਨ ਅਵਸਥਾ ਵਿੱਚ ਪਹੁੰਚ ਗਏ ਹਨ। ਸ੍ਰੀ ਰਾਮਦਾਸ ਜੀ ਗੋਇੰਦਵਾਲ ਸਾਹਿਬ ਪੋਸ਼ਾਕ ਪਹਿਨਾਉਣ ਲੱਗ ਪਏ। ਪਹਿਨਣ ਵਾਲਾ ਗੋਇੰਦਵਾਲ ਵਿੱਚ ਹੈ, ਪਹਿਨਾਉਣ ਵਾਲਾ ਲਾਹੌਰ ਵਿੱਚ ਹੈ। ਫਾਸਲਾ ਆਪਣੇ ਵਿੱਚ ਹੈ, ਉੱਥੇ ਫਾਸਲਾ ਨਹੀਂ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਾਹਾਂ ਕਦੇ ਉੱਪਰ ਕਰਦੇ ਹਨ, ਕਦੇ ਹੇਠਾਂ ਕਰਦੇ ਹਨ। ਗਤੀ ਐਸੀ ਹੋ ਰਹੀ ਹੈ ਜਿਵੇਂ ਪੋਸ਼ਾਕ ਪਾ ਰਹੇ ਹਨ। ਨਹੀਂ ਦੇਖਿਆ ਕਿ ਸਭਾ ਹੈ, ਸੰਗਤ ਬੈਠੀ ਹੈ, ਸਭ ਕੁਝ ਭੁੱਲ ਗਿਆ। ਪਹਿਨਾਉਣ ਵਾਲੇ ਤੇ ਪਹਿਨਣ ਵਾਲੇ ਦੋਨੋਂ ਹੀ ਜੁੜ ਗਏ। ਸਿੱਖ ਬੜੇ ਅਚਰਜ ਹਨ। ਮਹਾਰਾਜ ਦੀਆਂ ਬਾਹਾਂ ਕਿਉਂ ਹਿੱਲਣ ਲੱਗ ਪਈਆਂ ਹਨ? ਇਹ ਤਾਂ ਸ਼ੋਭਾ ਦੀ ਗੱਲ ਨਹੀਂ, ਬੜੀ ਚਰਚਾ ਹੋ ਗਈ ਹੈ। ਗੁਰੂ ਹੋ ਕੇ ਇਹ ਕੀ ਕਰ ਰਹੇ ਹਨ? ਹਜੂਰੀ ਸਿੱਖ ਭਾਈ ਬੱਲੂ ਜਾਣ ਗਏ ਕਿ ਸਿੱਖਾਂ ਨੂੰ ਸ਼ੰਕਾ ਹੋ ਗਈ ਹੈ। ਗੁਰੂ ਹੋ ਕੇ ਇਹ ਕੀ ਕਰ ਰਹੇ ਹਨ? ਮਨ ਰੌਲੇ ਵਿੱਚ ਪੈ ਗਿਆ ਹੈ। ਇੱਥੇ ਤਾਂ ਸੰਸਾ ਆ ਗਿਆ ਹੈ। ਭਾਈ ਬੱਲੂ ਨੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਕੀ ਕੌਤਕ ਹੈ?
ਆਪ ਜੀ ਦੀ ਲੀਲਾ ਲਖੀ ਨਹੀਂ ਜਾ ਸਕਦੀ, ਪਰੰਤੂ ਸੰਗਤਾਂ ਨੂੰ ਦੱਸੋ। ਤਦ ਫਿਰ ਸ੍ਰੀ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਮੁਖ ਮੰਡਲ ਤੋਂ ਬੋਲੇ ਹਨ, ਮੈਨੂੰ ਰਾਮਦਾਸ ਵਸਤਰ ਪਹਿਨਾ ਰਹੇ ਹਨ ਤੇ ਮੈਂ ਪਾ ਰਿਹਾ ਹਾਂ। ਰਾਮਦਾਸ ਲਾਹੌਰ ਦੇ ਬਾਜ਼ਾਰ ਵਿੱਚ ਖੜੇ ਹਨ ਤੇ ਉੱਥੇ ਹੀ ਖੜੇ ਭਾਵਨਾ ਨਾਲ ਮੈਨੂੰ ਵਸਤਰ ਪਹਿਨਾ ਰਹੇ ਹਨ। ਵਿਚਾਰਨ ਵਾਲੀ ਗੱਲ ਹੈ, ਬਿਨਾਂ ਦਰਜੀ ਕਿਵੇਂ ਕੱਪੜਾ ਸੀਤਾ ਗਿਆ। ਮਹਾਰਾਜ ਕੱਲ ਈਰਖਾ ਕਰਨ ਵਾਲੇ ਕੀ ਕਹਿਣਗੇ, ਪਰ ਮਹਾਰਾਜ ਜੀ ਨੇ ਕਿਹਾ ਇਹ ਭਾਵਨੀ ਦੀ ਗੱਲ ਹੈ। ਪ੍ਰੇਮ ਦੀ ਕੋਈ ਸੀਮਾ ਨਹੀਂ, ਪ੍ਰੇਮ ਦਾ ਕੋਈ ਮੁੱਲ ਨਹੀਂ ਹੁੰਦਾ। ਹੁਣ ਸ੍ਰੀ ਰਾਮਦਾਸ ਜੀ ਲਾਹੌਰ ਦੇ ਚੌਂਕ ਤੇ ਆ ਗਏ ਹਨ। ਦੇਖਿਆ ਅੰਬ ਵਿਕ ਰਹੇ ਹਨ, ਅੰਬ ਲਾਲ ਲਾਲ ਹਨ। ਲਾਹੌਰ ਦੇ ਇਹ ਮਸ਼ਹੂਰ ਅੰਬ ਹਨ। ਮਨ ਵਿੱਚ ਇਹ ਨਹੀਂ ਆਇਆ ਕਿ ਮੈਂ ਅੰਬ ਖਾ ਲਵਾਂ। ਸੋਚਿਆ ਜਦ ਸ੍ਰੀ ਗੁਰੂ ਜੀ ਨੂੰ ਮੱਥਾ ਟੇਕਾਂਗਾ ਤਾਂ ਗੁਰੂ ਸਾਹਿਬ ਜੀ ਨੂੰ ਭੇਟ ਕਰਾਂਗਾ। 1 ਰੁਪਈਆ ਦੇ ਕੇ ਅੰਬ ਲੈ ਲਿਆ। ਅੰਬ ਲੈ ਕੇ ਬਹੁਤ ਛੇਤੀ ਜਾ ਰਹੇ ਹਨ। ਉਨਮਨ ਅਵਸਥਾ ਵਿੱਚ ਬਹੁਤ ਮਸਤਾਨੀ ਅਵਸਥਾ ਹੋ ਗਈ ਹੈ। ਮਨ ਛੇਤੀ ਜਾਣਾ ਚਾਹੁੰਦਾ ਹੈ, ਪਰ ਪੈਰ ਛੇਤੀ ਨਹੀਂ ਚੱਲਦੇ। ਸਾਰਾ ਦਿਨ ਚੱਲਦੇ ਚੱਲਦੇ ਇੱਕ ਗ੍ਰਾਮ ਵਿੱਚ ਆ ਗਏ। ਇੱਥੇ ਰਾਤ ਠਹਿਰੇ। ਬਹੁਤ ਸਵੇਰੇ ਫਿਰ ਉੱਠ ਕੇ ਚੱਲ ਪਏ। ਮਨ ਵਿੱਚ ਪ੍ਰੇਮ, ਵੈਰਾਗ ਤੇ ਉਮੰਗ ਜਾਗੀ ਹੈ ਕਿ ਜਲਦੀ ਜਲਦੀ ਗੁਰੂ ਜੀ ਦੇ ਦਰਸ਼ਨ ਹੋ ਜਾਣ। ਆਪ ਗੋਇੰਦਵਾਲ ਦੇ ਨੇੜੇ ਭੈਰੋਵਾਲ ਗ੍ਰਾਮ ਆ ਗਏ। ਗਰਮੀ ਬਹੁਤ ਸੀ। ਅੰਬ ਵਿੱਚੋਂ ਰਸ ਟਪਕਣਾ ਸ਼ੁਰੂ ਹੋ ਗਿਆ। ਉਧਰੋਂ ਅੰਬ ਵਿੱਚੋਂ ਰਸ ਡਿੱਗਦਾ ਹੈ, ਉਧਰੋਂ ਸ੍ਰੀ ਰਾਮਦਾਸ ਜੀ ਦੇ ਨੇਤਰਾਂ 'ਚੋਂ ਜਲ ਵਹਿੰਦਾ ਹੈ। ਹੁਣ ਧਿਆਨ ਧਰ ਲਿਆ, ਸੁਰਤ ਚਲੀ ਗਈ ਗੋਇੰਦਵਾਲ ਤੇ ਅਰਦਾਸ ਕੀਤੀ, ਸ੍ਰੀ ਗੁਰੂ ਜੀ ਇਹ ਫਲ ਭੇਟ ਕਰ ਰਿਹਾ ਹਾਂ। ਧਿਆਨ ਵਿੱਚ ਹੀ ਮੱਥਾ ਟੇਕ ਦਿੱਤਾ ਤੇ ਅੰਬ ਭੇਟ ਕਰ ਦਿੱਤਾ। ਆਪ ਖੜੇ ਹਨ ਭੈਰੋਵਾਲ ਵਿੱਚ। ਕਿਹਾ ਛੇਤੀ ਅੰਗੀਕਾਰ ਕਰ ਲਵੋ, ਮੇਰੀ ਭਾਵਨਾ ਪੂਰੀ ਕਰ ਦੇਵੋ। ਫਲ ਬੇਰੁੱਤਾ ਹੈ, ਇਹ ਰਸ ਆਪ ਜੀ ਦੀ ਰਸਨਾ ਤੇ ਲੱਗ ਜਾਵੇ। ਧੰਨ ਸ੍ਰੀ ਰਾਮਦਾਸ ਜੀ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹਨ। ਇੱਕੋ ਮੰਡਲ ਤੇ ਜਾ ਰਹੇ ਹਨ। ਇੱਕੋ ਲੈਵਲ ਹੋ ਗਿਆ ਹੈ। ਸਿੱਖ ਤੇ ਗੁਰੂ ਇਸ ਤਰ੍ਹਾਂ ਇੱਕੋ ਜੋਤ ਹੋ ਜਾਂਦੇ ਹਨ। ਧੰਨ ਸ੍ਰੀ ਰਾਮਦਾਸ ਜੀ ਛਕਾ ਰਹੇ ਹਨ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਛਕ ਰਹੇ ਹਨ। ਗੋਇੰਦਵਾਲ ਦੇ ਤਖਤ ਤੇ ਬੈਠੇ ਬੜੇ ਆਨੰਦ ਨਾਲ ਘੁੱਟ ਭਰ ਭਰ ਕੇ ਅੰਦਰ ਲੰਘਾ ਰਹੇ ਹਨ। ਚੂਸਣ ਦੀ ਆਵਾਜ਼ ਆ ਰਹੀ ਹੈ। ਗੁਠਲੀ ਮੁੱਖ ਵਿੱਚ ਹੈ। ਬੱਲੂ ਨੂੰ ਕਿਹਾ ਇਹ ਗੁਠਲੀ ਰਾਮਦਾਸ ਦਾ ਰੂਪ ਹੈ, ਇਹ ਪ੍ਰੇਮ ਹੈ। ਗੁਠਲੀ ਰਾਮਦਾਸ ਦੀ ਆਤਮਾ ਹੈ। ਭਾਈ ਬੱਲੂ ਜੀ ਨੇ ਹੁਕਮ ਜਾਣ ਕੇ ਅਲਮਾਰੀ ਵਿੱਚ ਗੁਠਲੀ ਸਾਂਭ ਕੇ ਰੱਖ ਲਈ। ਭੇਟਾ ਪਹਿਲਾਂ ਆ ਗਈ ਹੈ, ਭੇਟ ਕਰਨ ਵਾਲਾ ਪਿੱਛੇ ਆ ਰਿਹਾ ਹੈ। ਹੁਣ ਸ੍ਰੀ ਰਾਮਦਾਸ ਜੀ ਪਹੁੰਚ ਗਏ। ਸੰਗਤਾਂ ਨੂੰ ਸ੍ਰੀ ਰਾਮਦਾਸ ਜੀ ਦੇ ਦਰਸ਼ਨ ਕਰਕੇ ਖੁਸ਼ੀ ਹੋਈ। ਦੂਰੋਂ ਇਸ ਤਰ੍ਹਾਂ ਲੱਗਦਾ ਹੈ ਕਿ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆ ਰਹੇ ਹਨ। ਸੱਚੇ ਦਿਲੋਂ ਜਿਸ ਦੀ ਆਰਾਧਨਾ ਕਰੋ, ਧਿਆਨ ਧਰੋ ਤਾਂ ਰੂਪ ਵੈਸਾ ਹੀ ਹੋ ਜਾਂਦਾ ਹੈ। ਜੈਸਾ ਸੇਵੈ ਤੈਸੋ ਹੋਏ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨ ਸਰੋਜ ਫੁੱਲ ਬਣ ਗਏ। ਨੇਤਰ ਮਹਾਰਾਜ ਦੇ ਭੌਰੇ ਬਣ ਗਏ। ਭਵਰਾ ਕੋਹਾਂ ਤੋਂ ਆ ਕੇ ਫੁੱਲ ਦਾ ਰਸ ਲੈਂਦਾ ਹੈ। ਸੂਰਜ ਛਿਪਦਾ ਹੈ, ਕਮਲ ਫੁੱਲ ਬੰਦ ਹੋ ਜਾਂਦਾ ਹੈ, ਭਵਰਾ ਮਰ ਜਾਂਦਾ ਹੈ। ਦੇਖੋ ਸ੍ਰੀ ਰਾਮਦਾਸ ਜੀ ਲਾਹੌਰ ਤੋਂ ਚੱਲਦੇ ਆ ਰਹੇ ਹਨ। ਆ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਤੇ ਡਿੱਗ ਪਏ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੀ ਰਹਿ ਨਹੀਂ ਸਕੇ। ਚੰਦਰਮਾ ਨੂੰ ਦੇਖ ਕੇ ਸਮੁੰਦਰ ਵਿੱਚ ਜਵਾਰ ਭਾਟਾ ਆਉਂਦਾ ਹੈ। ਉਸ ਮਹਾਨ ਪੁਰਸ਼ ਨੂੰ ਦੇਖ ਕੇ ਆਪਣੀ ਛਾਤੀ ਨਾਲ ਲਾ ਲਿਆ। ਸ੍ਰੀ ਰਾਮਦਾਸ ਜੀ ਪਪੀਹਾ ਹੋ ਗਏ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬੱਦਲ ਬਣ ਗਏ। ਸੱਚੀ ਭਾਵਨੀ ਦੀ ਪ੍ਰੀਤ ਦੇ ਦਰਸ਼ਨ ਹੋ ਰਹੇ ਹਨ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬੋਲੇ, ਅਕਬਰ ਦੀ ਸਭਾ ਵਿੱਚ ਬੜੇ ਬੜੇ ਵਿਦਵਾਨ ਸੀ। ਕੀ ਪ੍ਰਸ਼ਨ ਹੋਏ, ਕਿਵੇਂ ਉੱਤਰ ਦਿੱਤੇ। ਪਾਤਸ਼ਾਹ ਅਕਬਰ ਨੇ ਕੀ ਨਿਰਣਾ ਸੁਣਾਇਆ,
ਸ੍ਰੀ ਰਾਮਦਾਸ ਜੀ ਨੇ ਹੱਥ ਜੋੜ ਕੇ ਸਾਰੀ ਗੱਲ ਸੁਣਾਈ। ਬੋਲੇ, ਇਹ ਸੱਚੇ ਪਾਤਸ਼ਾਹ, ਕੀ ਦੱਸਾਂ। ਉਹਨਾਂ ਦੀ ਇੱਛਾ ਸੀ ਮੈਂ ਗਾਇਤਰੀ ਦਾ ਪਾਠ ਸੁਣਾਵਾਂ। ਮੈਨੂੰ ਨਹੀਂ ਸੀ ਪਤਾ ਗਾਇਤਰੀ ਮੰਤਰ ਕੀ ਹੁੰਦਾ ਹੈ। 16 ਅੱਖਰਾਂ ਦਾ ਜਾਂ 12 ਅੱਖਰਾਂ ਦਾ ਮੰਤਰ ਹੈ। ਸਾਹਿਬ ਜੀ, ਬੜੀ ਔਖੀ ਗੱਲ ਸੀ। ਜਿਸ ਤਰ੍ਹਾਂ ਆਪ ਜੀ ਨੇ ਅਕਬਰ ਦੇ ਦਰਬਾਰ ਵਿੱਚ ਮੇਰੀ ਲਾਜ ਰੱਖੀ, ਬਿਆਨ ਨਹੀਂ ਕਰ ਸਕਦਾ। ਜਦ ਸਭਾ ਵਿੱਚ ਮੈਂ ਸੱਜੇ ਪਾਸੇ ਵੇਖਿਆ ਤਾਂ ਤਤਛਿਨ ਮੈਨੂੰ ਆਪ ਜੀ ਦੀ ਪ੍ਰਤੱਖ ਬਖਸ਼ਿਸ਼ ਹੋਈ ਤੇ ਮੈਨੂੰ 4 ਵੇਦ 9 ਵਿਆਕਰਨ ਯਾਦ ਹੋ ਗਏ। ਸਾਰਾ ਗਿਆਨ ਤਾਂ ਮਨੁੱਖ ਦੇ ਅੰਦਰ ਹੁੰਦਾ ਹੈ ਜਦ ਮਨ ਇਕਾਗਰ ਹੁੰਦਾ ਹੈ। ਸ੍ਰੀ ਰਾਮਦਾਸ ਜੀ ਬੋਲੇ, ਮੈਂ ਸਭ ਤੋਂ ਪਹਿਲਾਂ ਓਅੰਕਾਰ ਦੀ ਧੁਨੀ ਸ਼ੁਰੂ ਕਰ ਦਿੱਤੀ। ਆਪ ਬਰਾਬਰ ਖੜੇ ਸਨ। ਸਭ ਦੇ ਮਨ ਪਲਟ ਗਏ। ਹਵਾ ਰੁਕ ਗਈ। ਕੋਈ ਵੀ ਬਚਨ ਬੋਲ ਨਹੀਂ ਸਕਿਆ। ਝੂਠੇ ਲੋਕ ਹਾਰ ਗਏ। ਸੱਚ ਦੀ ਆਵਾਜ਼ ਨੇ ਪੱਥਰ ਪਿਘਲਾ ਦਿੱਤੇ। ਅਦਾਲਤ ਸੁੰਨ ਹੋ ਗਈ। ਅਕਬਰ ਦਾ ਮਨ ਸ਼ੁਕਰ ਵਿੱਚ ਹੈ। ਮਹਾਰਾਜ, ਗੁਰੂ ਘਰ ਦੀ ਫਤਿਹ, ਸੱਚ ਦੀ ਫਤਿਹ ਹੋ ਗਈ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਪ੍ਰਸੰਨ ਹੋਏ। ਅਕਬਰ ਨਿਭ ਗਿਆ ਹੈ ਬਾਬੇ ਦੇ ਅੱਗੇ। ਮਹਾਰਾਜਾ ਕਿਹਾ, ਪੁਰਖਾ, ਤੂੰ ਲਾਹੌਰੋਂ ਆਇਆ ਹੈ, ਮੇਰੇ ਲਈ ਕੀ ਲੈ ਕੇ ਆਇਆ ਹੈ। ਸ੍ਰੀ ਰਾਮਦਾਸ ਜੀ ਕਹਿਣ ਲੱਗੇ, ਆਪ ਜਾਣੀ ਜਾਣ ਹੋ ਕਿ ਆਪ ਨੇ ਮੇਰੀ ਪੋਸ਼ਾਕ ਨਹੀਂ ਪਹਿਨੀ। ਮਹਾਰਾਜ, ਜੇ ਕੱਪੜੇ ਨਹੀਂ ਪ੍ਰਵਾਨ ਹੋਏ ਤਾਂ ਮੇਰੀ ਸ਼ਰਧਾ ਭਾਵਨੀ ਪ੍ਰੇਮ ਬੰਦਗੀ ਵਿੱਚ ਫਰਕ ਹੈ। ਇੱਕ ਅੰਬ ਵੀ ਭੇਟ ਕੀਤਾ ਸੀ। ਅੰਬ ਬੇਰੁੱਤਾ ਸੀ ਤਾਂ ਸੁਰਤ ਨਾਲ ਭੇਟ ਕਰ ਦਿੱਤਾ ਸੀ। ਮਹਾਰਾਜ, ਆਪ ਗੋਇੰਦਵਾਲ ਵਿੱਚ ਨਹੀਂ, ਘਾਟ ਘਾਟ ਵਿੱਚ ਹੋ। ਤੁਸੀਂ ਮੇਰੇ ਧਿਆਨ ਵਿੱਚ ਸਨ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬੋਲੇ, ਤੂੰ ਠੀਕ ਕਿਹਾ ਹੈ ਪੁਰਖਾ। ਜਦ ਤੂੰ ਧਿਆਨ ਵਿੱਚ ਅੰਬ ਅਰਪਣ ਕੀਤਾ, ਰਸ ਮੇਰੇ ਮੂੰਹ ਵਿੱਚ ਆ ਗਿਆ ਸੀ। ਤੇਰੀ ਭੇਟਾ ਪ੍ਰਵਾਨ ਹੋ ਗਈ। ਅੰਬ ਦੀ ਗੁਠਲੀ ਸੰਭਾਲ ਕੇ ਰੱਖੀ ਹੈ। ਭਾਈ ਬੱਲੂ ਨੂੰ ਕਿਹਾ, ਗੁਠਲੀ ਦਿਖਾ ਦੇ ਲਿਆ ਕੇ। ਅੱਜ ਸਾਰੀ ਸਭਾ ਅਚਰਜ ਹੈ। 40 ਦਿਨ ਅਰਾਧਨ ਨਾਲ ਮਨ ਦੇ ਸੰਕਲਪ ਨੂੰ ਸੁਣ ਵੀ ਸਕਦਾ ਹੈ। ਜਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੁਲਤਾਨਪੁਰ ਲੋਧੀ ਤੋਂ ਤੁਰੇ ਸਨ ਤਾਂ ਬੀਬੀ ਨਾਨਕੀ ਜੀ ਨੂੰ ਕਿਹਾ ਸੀ, ਜਦ ਵੀ ਅਰਦਾਸ ਕਰੇਂਗੀ ਨਾ, ਦਰਸ਼ਨ ਹੋ ਜਾਇਆ ਕਰਨਗੇ। 6ਵੇਂ ਗੁਰੂ ਪਾਤਸ਼ਾਹ ਅੰਮ੍ਰਿਤਸਰ ਵਿੱਚ ਹਨ। ਮਾਈ ਭਾਗ ਭਰੀ ਕਸ਼ਮੀਰ ਵਿੱਚ ਹੈ। ਅਰਦਾਸ ਕਰਦੀ ਹੈ ਤੇ ਮਾਈ ਭਾਗ ਭਰੀ ਕੋਲ 6ਵੇਂ ਪਾਤਸ਼ਾਹ ਜੀ ਦਰਸ਼ਨ ਦੇਣ ਪਹੁੰਚ ਜਾਂਦੇ ਹਨ। ਸਤਿਗੁਰ ਮੇਰਾ ਪੂਰਾ। ਸਾਧ ਸੰਗਤ ਜੀ, ਇਹ ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ। ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ। ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਹਿ ਸਮਾਏ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਇੱਕ ਦੇ ਨਾਲ ਜੁੜਨਾ ਹੈ, ਇੱਕ ਦੀ ਮਤ ਗ੍ਰਹਿਣ ਕਰਨੀ ਹੈ, ਜਿਸ ਨੂੰ ਗੁਰਮਤਿ ਕਹਿੰਦੇ ਹਨ। ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।